अति ऊंचा दरबारा ताका अति ऊंचा, अति ऊंचा दरबारा ताका अति ऊंचा, अति ऊंचा दरबारा ताका। बोलो भाई बोलो गज के। अति ऊंचा दरबारा ताका अति ऊंचा, दरबारा ताका अति ऊंचा, अति ऊंचा दरबारा ताका अति ऊंचा। अति ऊंचा दरबारा ताका अति ऊंचा, 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 दरबारा ताका अति ऊंचा, अति ऊंचा 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 दरबारा ताका अति ऊंचा, दरबारा ताका अति ऊंचा, अति ऊंचा दरबारा ताका अति ऊंचा। परम सत्कारयोग गुरु रूप गुरु खालसा साध संगत जी, ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦਿਆਂ ਹਜੂਰ ਸੱਚੇ ਪਾਤਸ਼ਾਹ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਜੁੜ ਕਰਕੇ ਗੁਰੂ ਦੇ ਘਰ ਦੀ ਵਡਿਆਈ ਉਪਮਾ ਕਰਨ ਵਾਸਤੇ ਔਰ ਸੁਣਨ ਵਾਸਤੇ ਆਪ ਸਰਮਾਈ ਪਾਈ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਜੀ ਅਪਾਰ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਦੇ ਹਨ। ਭਾਈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਗੁਰੂ ਦੇ ਸਿਧਾਂਤਾਂ ਦੀਆਂ ਗੱਲਾਂ ਜੋ ਗੁਰੂ ਜੀ ਦਾ ਸਿਧਾਂਤ ਹੈ ਸਾਰੇ ਸਿੱਖਾਂ ਵਾਸਤੇ ਅਤਿ ਉੱਚਾ ਤਾਂਕਾ ਦਰਬਾਰਾ ਅੰਤ ਨਾਹੀਂ ਕੁਛ ਪਾਰਾ ਬਾਰਾ, ਕੋਟ 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 ਲਖ ਧਾਵਾ ਇੱਕ ਤਿਲ ਤੱਕ ਮਹਿਲ ਨ ਪਾਵੇ। ਜੋ ਕਿ ਗੁਰੂ ਜੀ ਦਾ ਅੰਮ੍ਰਿਤ ਵੇਲੇ ਦਾ ਸਿਧਾਂਤ ਹੈ, ਸਿੱਖਾ ਉੱਠ ਉੱਠ ਕੇ ਨਾਮ ਜਪ। ਇਹ ਪਰਮਾਤਮਾ ਦੇ ਨਾਮ ਜਪਣ ਦਾ ਵੇਲਾ ਹੈ। ਜੇ ਅਸੀਂ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ ਉੱਥੇ ਫਿਰ ਗੁਰੂ ਜੀ ਸਾਡੀ ਸਹਾਇਤਾ ਕਰਦੇ ਹਨ, ਮਦਦ ਕਰਦੇ ਹਨ। ਜਹ ਬਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਮਾਝ ਕਹਿੰਦੇ ਜਿੱਥੇ ਦੁਨਿਆਵੀ ਲੋਕ ਦੁਨੀਆ ਦੇ ਛੱਡ ਜਾਣ ਉੱਥੇ ਪਰਮਾਤਮਾ ਦਾ ਨਾਮ ਤੇ ਪਰਮਾਤਮਾ ਸਹਾਈ ਹੁੰਦਾ ਹੈ। ਸਵਾਓ ਜਿੱਥੇ ਰੋਜ਼ ਦੀ ਤਰ੍ਹਾਂ ਆਪਾਂ ਜੁੜਦੇ ਹਾਂ ਉੱਥੇ ਅੱਜ ਇੱਕ ਮਹਾਨ ਪਵਿੱਤਰ ਆਤਮਾ ਸਤਿਕਾਰਯੋਗ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜੈਤਾ ਮਹਾਂਪੁਰਖ, ਜਿਨ੍ਹਾਂ ਨੂੰ ਤਕਰੀਬਨ ਕਈ ਰੋਜ਼ ਤੋਂ ਆਪਾਂ ਸਾਰੇ ਯਾਦ ਕਰਦੇ ਹਾਂ, ਜੁੜਦੇ ਹਾਂ, ਜਿਨ੍ਹਾਂ ਨੇ ਇਸ ਮਹਾਨ ਜਿਹੜੇ ਭੁੱਲੇ ਭਟਕੇ ਹੋਏ ਲੋਕ ਸਨ ਉਹਨਾਂ ਨੂੰ ਸਿੱਧੇ ਰਾਹੇ ਪਾਇਆ। ਸਾਡੀ ਕੌਮ ਦੇ ਵਿੱਚ ਉੱਠ ਕੇ ਜਿਨ੍ਹਾਂ ਨੇ ਇੱਕ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਏਡੀ ਵੱਡੀ ਸਾਂਝ ਪਾ ਦਿੱਤੀ
ਜਿਹੜੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਵੱਡੇ ਵੱਡੇ ਸਮੇਰ ਪਰਬਤ ਵਰਗਿਆਂ ਤੋਂ ਨਹੀਂ ਡੋਲੇ, ਜਿਨ੍ਹਾਂ ਦੇ ਅੱਗੇ 10 ਲੱਖ ਉਹ ਸੂਰਮਾ ਇੱਕ ਪਾਸੇ, 40 ਸਿੰਘ ਇੱਕ ਪਾਸੇ, ਏਡੇ ਮਹਾਨ ਜਿਹੜੇ ਉਹ ਪਵਿੱਤਰ ਗੁਰੂ ਨੂੰ ਫੜਨ ਵਾਸਤੇ ਚਮਕੌਰ ਦੀ ਗੜੀ ਵਿੱਚ 10 ਲੱਖ ਦਾ ਘੇਰਾ ਪਿਆ। ਤੇ ਜਦੋਂ ਵੀ ਆਵਾਜ਼ ਮਾਰਨੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਂ ਕਹਿਣਾ ਧੰਨ ਭਾਈ ਜੀਵਨ ਸਿੰਘ ਜੇਤਿਆ, ਆਪਾਂ ਕੋਈ ਰਾਏ ਮਸ਼ਵਰਾ ਕਰਨਾ। ਹਾਂ ਮਹਾਰਾਜ ਮੈਂ ਹਾਜ਼ਰ ਹਾਂ। ਅੱਜ ਉਹਨਾਂ ਗੁਰੂਆਂ ਦਾ, ਗੁਰੂ ਦੇ ਸਿੱਖਾਂ ਦਾ ਆਗਮਨ ਪੁਰਬ ਹੈ, ਜਿਹਦੀ ਬਾਬਤ ਮਹਾਰਾਜ ਜੀ ਲਿਖਦੇ ਹਨ, ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਉਹਨਾਂ ਭਗਤਾਂ ਦੀ, ਉਹਨਾਂ ਰਹਿਬਰਾਂ ਦੀ, ਉਹਨਾਂ ਗੁਰੂ ਕੇ ਸਿੱਖਾਂ ਦੀ ਕਿੱਡੀ ਕੁ ਵੱਡੀ ਬੰਦਗੀ ਹੋਣੀ ਹੈ, ਜਿਨ੍ਹਾਂ ਨੂੰ ਗੁਰੂ ਦੇ ਨਾਲ ਰਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੋਣਾ। ਉਹਨਾਂ ਨੂੰ ਕਿਹਾ ਹਰ ਹਰ ਜਨ ਦੋਈ ਏਕ ਹੈ, ਹਰੀ ਤੇ ਹਰੀ ਦਾ ਪਿਆਰਾ। ਪਰਮਾਤਮਾ ਤੇ ਪਰਮਾਤਮਾ ਦੇ ਪਿਆਰੇ ਵਿੱਚ ਮਹਾਰਾਜ ਜੀ ਕਹਿਣ ਲੱਗੇ ਕੋਈ ਫਰਕ ਨਹੀਂ ਹੁੰਦਾ, ਕੋਈ ਭੇਦ ਨਹੀਂ ਹੁੰਦਾ ਹੈ। ਵੀ ਜੇ ਕਹੀਏ ਬਾਬਾ ਜੀਵਨ ਸਿੰਘ ਜੀ ਜੈਤਾ ਅਲੱਗ ਸੀ ਤੇ ਕਲਗੀਆਂ ਵਾਲੇ ਅਲੱਗ ਸੀ, ਨਹੀਂ, ਕਲਗੀਆਂ ਵਾਲੇ ਵੀ ਇਕੱਤਰ, ਬਾਬਾ ਜੀਵਨ ਸਿੰਘ ਜੈਤਾ ਵੀ ਇਕੱਤਰ, ਉਹ ਵੀ ਇਕੱਠੇ ਕਹਿਣ ਤੋਂ ਭਾਵ। ਇਸ ਕਰਕੇ ਕਿਉਂਕਿ ਜਿੱਥੇ ਅਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦੇ ਹਾਂ, ਜੇ ਆਗਮਨ ਪੁਰਬ ਵੇਲੇ ਯਾਦ ਕਰੀਏ ਤਾਂ ਵੀ ਇਕੱਠੇ, ਕਿਉਂਕਿ ਉਸੇ ਥਾਂ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਆਗਮਨ ਪੁਰਬ ਹੋਇਆ, ਉਸੇ ਥਾਂ ਤੇ ਬਾਬੇ ਜੀਵਨ ਸਿੰਘ ਜੇਤੇ ਦਾ ਅਵਤਾਰ ਹੋਇਆ। ਜਿਹੜਾ ਉਹ 1604 ਦੇ ਵਿੱਚ ਵਿਦਵਾਨਾਂ ਲਿਖਿਆ ਵੀ ਇਹਨਾਂ ਦਾ ਆਗਮਨ ਪੁਰਬ ਹੋਇਆ ਬਾਬੇ ਜੀਵਨ ਸਿੰਘ ਜੇਤੇ ਦਾ। ਉਹੀ ਸਾਲਸਰਾਏ ਦੀ ਜੌਹਰੀ ਦੀ ਹਵੇਲੀ ਹੈ, ਮਾਤਾ ਗੁਜਰੀ ਜੀ ਵੇਲੇ ਉਹੀ ਹਵੇਲੀ ਹੈ ਬਾਬੇ ਜੀਵਨ ਸਿੰਘ ਵੇਲੇ। ਉਹੀ ਮੁਖੀ ਸਿੱਖ ਨੇ ਮਹਾਰਾਜ ਦੇ ਜਦੋਂ ਧੰਨ ਬਾਜਾਂ ਵਾਲੇ ਦਾ ਅਵਤਾਰ ਹੋਇਆ, ਤੇ ਉਹੀ ਮੁਖੀ ਸਿੱਖ ਨੇ ਜਦੋਂ ਜੀਵਨ ਸਿੰਘ ਬਾਬੇ ਦਾ ਜਨਮ ਹੋਇਆ। ਇਸ ਕਰਕੇ ਕਹਿਣ ਤੋਂ ਭਾਵ ਹੈ, ਇਹਨੂੰ ਕਹਿੰਦੇ ਨੇ ਹਰ ਹਰ ਜਨ ਦੋ ਏਕ ਹੈ। ਜਿੱਥੇ ਗੁਰੂ ਸਾਹਿਬ ਨੂੰ ਮਾਣ ਮਿਲਦਾ, ਉੱਥੇ ਗੁਰੂ ਦੇ ਪਿਆਰਿਆਂ ਨੂੰ ਵੀ ਉਨਾ ਹੀ ਮਾਣ ਮਿਲਦਾ ਹੈ। ਪਰ ਲੋੜ ਹੈ ਸਮਝਣ ਦੀ, ਲੋੜ ਹੈ ਉਹਨਾਂ ਦੀ ਵਿਚਾਰਧਾਰਾ ਉੱਤੇ ਚੱਲਣ ਦੀ, ਵੀ ਸਾਡੇ ਬਾਬੇ ਜੀਵਨ ਸਿੰਘ ਜੈਤੇ ਹੋਣੀ ਕਿਹੋ ਜਿਹੇ ਸੀ, ਅਸੀਂ ਕਿਹੋ ਜਿਹੇ ਹਾਂ। ਬਸ ਇਹੋ ਹੀ ਵਿਚਾਰਧਾਰਾ ਹੈ। ਉਹਨਾਂ ਨੇ ਕੀ ਕੀਤਾ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਏ, ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਭਾਵੇਂ ਮੁਸ਼ਕਲਾਂ ਆਈਆਂ ਬਹੁਤ, ਪਰ ਧੰਨ ਬਾਬਾ ਜੀਵਨ ਸਿੰਘ ਜੀ ਜੈਤਾ ਆਪਣੇ ਗੁਰੂ ਨੂੰ ਯਾਦ ਕਰਦਿਆਂ ਉਹ ਸਭ ਮੁਸ਼ਕਲਾਂ ਦੇ ਵਿੱਚ ਦੀ, ਕਿਉਂਕਿ ਬਾਜਾਂ ਵਾਲੇ ਨੇ ਵੀ ਇਹੀ ਕਿਹਾ ਸੀ, ਦੁੱਖ ਦੀਆਂ ਘੜੀਆਂ ਦੇ ਵਿੱਚ ਆ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ। ਢਿੱਡ ਤੋਂ ਭੁੱਖੇ ਨੇ 8-8 9-9 ਮਹੀਨਿਆਂ ਦੇ, ਉਹ ਫਿਰ ਵੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ। ਕਹਿ ਰਹੇ ਨੇ ਸੱਚਿਆ ਪਾਤਸ਼ਾਹ ਤੂੰ ਧੰਨ ਹੈ, ਅਸੀਂ ਤੈਨੂੰ ਛੱਡ ਕੇ ਨਹੀਂ ਜਾਂਦੇ। ਉਹ ਕੁਝ ਹੋਣਗੇ ਜੋ ਕਨੂਏ ਕੁਣਕੇ ਸੇ, ਭਾਗ ਗਏ ਕਠੁਣਕੇ ਸੇ, ਪਰ ਬਾਜਾਂ ਵਾਲਿਆ ਕਿਰਪਾ ਕਰੀ। ਤੇ ਇਹ ਜਿਹੜੇ ਦੁੱਖ ਤੇਰੇ ਉੱਤੇ ਪਏ ਨੇ, ਜਦੋਂ ਕਿਲਾ ਛੱਡਿਆ ਮਹਾਰਾਜ ਜੀ ਨੇ ਆਨੰਦਗੜ੍ਹ ਦਾ, ਉਸ ਵਕਤ ਇਹ ਦੁੱਖ ਜਿਹੜੇ ਤੇਰੇ ਉੱਤੇ ਪਏ ਨੇ ਸੱਚੇ ਪਾਤਸ਼ਾਹ, ਕਿਤੇ ਮੈਨੂੰ ਵੀ ਸਿਖਾ ਦੀ ਸੱਚੇ ਪਾਤਸ਼ਾਹ, ਇਹੋ ਜਿਹੇ ਦੁੱਖ ਚੱਲਣੇ, ਮੈਨੂੰ ਵੀ ਸਿਖਾ ਦੀ ਸੱਚੇ ਪਾਤਸ਼ਾਹ, ਇਹੋ ਜਿਹੇ ਦੁੱਖ ਚੱਲਣੇ, ਕਿਤੇ ਮੈਨੂੰ ਵੀ ਸਿਖਾ ਦੀ ਵਾਜਾਂ ਵਾਲਿਆ, ਇਹੋ ਜਿਹੇ ਦੁੱਖ
ਚੱਲੂੜੇ ਕਿਤੇ ਮੈਨੂੰ ਵੀ ਸੁਖਾ ਦੀ ਵਾਜਾ ਬਾਲਿਆ ਇਹੋ ਜਿਹੇ ਦੁੱਖ ਚੱਲੂੜੇ ਕਿਤੇ ਮੈਨੂੰ ਵੀ ਸੁਖਾਂ ਦੀ ਵਾਜਾਂ ਵਾਲਿਆ ਬਈ ਇਹੋ ਜਿਹੇ ਦੁੱਖ ਚੱਲੂੜੇ ਵੀ ਸੁਖਾਂ ਦੀ ਵਾਜਾਂ ਵਾਲਿਆ ਇਹੋ ਜਿਹੇ ਦੁੱਖ ਚੱਲੂੜੇ ਮੈਨੂੰ ਵੀ ਸੁਖਾ ਦੀ ਵਾਜਾਂ ਵਾਲਿਆ ਇਹੋ ਜਿਹੇ ਦੁੱਖ ਚੱਲੂੜੇ ਕਿਤੇ ਮੈਨੂੰ ਵੀ ਸੁਖਾ ਦੀ ਵਾਜਾਂ ਵਾਲਿਆ ਇਹੋ ਜਿਹੇ ਦੁੱਖ ਚੱਲਣੇ ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ। ਇਸ ਕਰਕੇ ਮੈਂ ਅਰਜ਼ ਕਰਿਆ ਸੀ ਇਹ ਤਾਂ ਧੰਨ ਗੁਰੂ ਨਾਨਕ ਤੋਂ ਲੈ ਕੇ ਜਿਤਨਾ ਵੀ ਪਰਿਵਾਰ ਬਾਬਾ ਜੀਵਨ ਸਿੰਘ ਜੈਤੇ ਦਾ, ਜੇ ਗੁਰੂ ਸਾਹਿਬ ਜੀ ਗੁਰਤਾ ਗੱਦੀ ਉੱਤੋਂ ਅਗਲੇ ਗੁਰੂ ਸਾਹਿਬ ਜੀ ਬੈਠਦੇ ਰਹੇ ਤਾਂ ਬਾਬਾ ਜੀਵਨ ਸਿੰਘ ਜੈਤੇ ਦਾ ਪਰਿਵਾਰ ਨਾਲ ਹੀ ਇਸੇ ਤਰ੍ਹਾਂ ਚੱਲਦਾ ਗਿਆ। ਜਦੋਂ ਆਨੰਦਗੜ੍ਹ ਦਾ ਕਿਲਾ ਛੱਡਿਆ, ਜੇ ਬਾਜਾਂ ਵਾਲਿਆਂ ਨੇ ਛੱਡ ਦਿੱਤਾ ਤਾਂ ਨਾਲ ਭਾਈ ਜੀਵਨ ਸਿੰਘ ਜੈਤੇ ਦੇ ਪਿਤਾ ਬਾਬਾ ਅੱਗਿਆ ਰਾਮ ਨੇ ਵੀ ਨਾਲ ਹੀ ਛੱਡ ਦਿੱਤਾ। ਚਮਕੌਰ ਦੀ ਗੜੀ ਦੇ ਵਿੱਚ ਆ ਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਇੱਕ ਮਹਾਰਾਜ ਜੀ ਆਪ ਤੇ ਮੁਖੀ ਸਿੱਖਾਂ ਦੇ ਵਿੱਚ ਉੱਥੇ ਬਾਬਾ ਜੀਵਨ ਸਿੰਘ ਜੀ ਜੈਤਾ ਜੀ ਨੇ। ਪੰਡਤ ਕਿਰਪਾ ਰਾਮ ਜੀ ਜਿਹੜਾ ਕਸ਼ਮੀਰ ਦੀ ਧਰਤੀ ਤੋਂ ਚੱਲ ਕੇ ਆਇਆ, ਜਿਹਨੇ ਆ ਕੇ ਗੁਰੂ ਤੇਗ ਬਹਾਦਰ ਮਾਰ ਦੇ ਚਰਨਾਂ ਵਿੱਚ ਅਰਜ਼ ਕਰੀ, ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ, ਅੱਜ ਸਾਡਾ ਧਰਮ ਖਤਰੇ ਵਿੱਚ ਹੈ। ਮਹਾਰਾਜ ਜੀ ਕਹਿੰਦੇ ਖਤਰਾ ਖੁਤਰਾ ਸਭ ਦੂਰ ਹੋ ਜਾਊਗਾ, ਤੂੰ ਗੁਰੂ ਵਾਲਾ ਬਣ ਜਾ। ਆਏ ਬਹੁਤ ਸੀ ਕਸ਼ਮੀਰ ਦੀ ਧਰਤੀ ਚੋਂ, ਪਰ ਪੰਡਤ ਭਾਈ ਕਿਰਪਾ ਰਾਮ ਜੀ ਹੁਣ ਗੁਰੂ ਦਾ ਹੀ ਬਣ ਕੇ ਬੈਠ ਗਿਆ, ਮੁੜ ਕੇ ਨਹੀਂ ਗਿਆ, ਆਪਣਾ ਜੀਵਨ ਲਾ ਦਿੱਤਾ ਸਾਰਾ। ਫਿਰ ਉਹ ਚਮਕੌਰ ਦੀ ਗੜੀ ਦੇ ਵਿੱਚ ਉਹ ਪੰਡਤ ਕਿਰਪਾ ਰਾਮ ਤੋਂ ਕਿਰਪਾ ਸਿੰਘ ਬਣ ਕੇ ਉਹਨੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਕੀਤਾ। ਇਹਦੇ ਧੰਨ ਬਾਬਾ ਜੀਵਨ ਸਿੰਘ ਜੀ ਜੈਤਾ, ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣਾ ਸਰੀਰ ਦਾ ਕਤਰਾ ਕਤਰਾ ਬਹਾ ਦਿੱਤਾ। ਮੈਂ ਅਰਜ਼ ਕਰਿਆ ਸੀ ਵੱਡੇ ਵੱਡੇ 10 ਲੱਖ ਦੇ ਘੇਰੇ ਚੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨਹੀਂ ਡਰੇ, ਬੈਰੀਆਂ ਦੇ ਆਹੂ ਲਾ ਦਿੱਤੇ ਤੇ ਸਭ ਤੋਂ ਮਹਾਨ ਪਵਿੱਤਰ ਆਤਮਾ ਪਹਿਲੇ ਸ਼ਹੀਦ ਹੋਏ ਬਾਬਾ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚੋਂ। ਉਹਨਾਂ ਦੇ ਨਾਲ 8 ਸਿੰਘ ਗਏ ਸਨ ਤੇ ਧੰਨ ਬਾਬਾ ਹਿੰਮਤ ਸਿੰਘ ਜੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕਰ ਗਏ ਸੀ। ਤੇ ਇਹੋ ਜੀ ਵਿਉਂਤਬੰਦੀ ਬਣਾਈ 38 ਸਿੱਖਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ, ਤੇ ਸਾਰਾ ਦਿਨ ਜੰਗ ਹੁੰਦਾ ਰਿਹਾ। ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ, ਪਰ ਫਿਰ ਵੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮੈਂ ਅਰਜ਼ ਕਰਿਆ ਸੀ 10 ਲੱਖ ਫੌਜ ਇੱਕ ਪਾਸੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਢਿੱਡ ਤੋਂ ਭੁੱਖੇ ਸਿੱਖਾਂ ਨੇ ਉਹ ਰੱਖ ਦੇਵਾਂ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਢਿੱਡ ਤੋਂ ਭੁੱਖੇ ਸਿੱਖ, ਜਿਨ੍ਹਾਂ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਜੈਤਾ ਵੀ ਸਨ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੱਥ ਵਰਨ ਕੇ ਚਰਨਾਂ ਵਿੱਚ ਅਰਜ਼ ਕਰਦੇ ਸੀ, ਸੱਚੇ ਪਾਤਸ਼ਾਹ ਅਸੀਂ ਤੈਨੂੰ ਆਚ ਨਹੀਂ ਆਉਣ ਦਿਆਂਗੇ। ਤੇ ਆਪ ਸੱਚੇ ਪਾਤਸ਼ਾਹ ਮਹਾਰਾਜ ਜੇ ਮਹਾਰਾਜ ਜੀ ਦੇ ਢਿੱਡ ਵਿੱਚ ਭੋਜਨ ਨਹੀਂ ਤਾਂ ਸਿੱਖਾਂ ਦੇ ਢਿੱਡ ਵਿੱਚ ਵੀ ਭੋਜਨ ਨਹੀਂ ਹੈ, ਪਰ ਮੌਤ ਨੂੰ ਕਲੋਲਾਂ ਕਰ ਰਹੇ ਸੀ ਪਿਆਰ ਦੇ ਵਿੱਚ ਆ ਕੇ।
ਕਹਿ ਰਹੇ ਸੀ ਸੱਚੇ ਪਾਤਸ਼ਾਹ, ਢਿੱਡੋਂ ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਭੁੱਖੇ ਸੀ ਗੁਰਾਂ ਦੇ ਦੂਰ ਮੈਂ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਢਿੱਡੋਂ ਭੁੱਖੇ ਸੀ ਗੁਰਾਂ ਦੇ ਲਾਡਲੇ, ਲੜਦੇ ਸੀ ਤਾਣ ਛਾਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਰੇ ਗੁਰਸਿੱਖ ਬੈਠੇ ਨੇ। ਚਮਕੌਰ ਦੀ ਗੜੀ ਦਾ ਮੈਂ ਸਾਕਾ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ, ਕਿਉਂਕਿ ਥੋੜੇ ਸਮੇਂ ਵਿੱਚ ਸੰਗਤ ਨੂੰ ਬੇਨਤੀ ਹੈ ਭਾਈ ਪਹੁੰਚ ਕੇ ਲਾਹੇ ਲਓ। ਅੱਜ ਜਿਹੜਾ ਤੁਸੀਂ ਬੜੇ ਮਾਣ ਦੇ ਨਾਲ ਫੋਟੋਆਂ ਟੰਗ ਟੰਗ ਕੇ ਘਰਾਂ ਵਿੱਚ ਕਹਿੰਦੇ ਹੋ ਨਾ, ਬਾਬਾ ਜੀਵਨ ਸਿੰਘ ਜਿੱਤ, ਅੱਜ ਪਤਾ ਲੱਗਦਾ ਉਹਨਾਂ ਦਾ। ਕਹਿਣ ਵਾਲੇ ਨੇ ਜਾਂ ਮੰਨਣ ਵਾਲੇ ਵੀ ਨੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਕਹਿ ਦੇਣਾ ਉੱਪਰੋਂ ਉੱਪਰੋਂ ਕੋਈ ਹੋਰ ਗੱਲ ਹੈ, ਮੰਨ ਲੈਣਾ ਵੀ ਸਾਡਾ ਫਲਾਣਾ ਅਮਰ ਸ਼ਹੀਦ ਹੋਇਆ, ਅਸੀਂ ਉਹਦੇ ਵਾਰਸ ਹਾਂ। ਜਿਵੇਂ ਅਸੀਂ ਵੀ ਆਪਣੀ ਬੰਸਾਵਲੀ ਲਿਆਉਂਦੇ ਹਾਂ ਕੱਢ ਕੇ, ਤੇ ਹਰ ਇੱਕ ਆਪੋ ਆਪਣੇ ਭਗਤਾਂ ਨੂੰ, ਪੈਗੰਬਰਾਂ ਨੂੰ ਮੰਨਦਾ। ਰਵਿਦਾਸ ਭਗਤ ਵਾਲੇ ਜਿਤਨੇ ਫੁੱਲਵਾੜੀ ਆ ਉਹਨਾਂ ਦੀ, ਉਹ ਵੀ ਕਹਿੰਦੇ ਨੇ ਭਗਤ ਰਵਿਦਾਸ ਜੀ ਮਹਾਰਾਜ ਸਾਡੇ ਨੇ, ਪਰ ਕੇਵਲ ਸਾਡੇ ਸਾਡੇ ਕਹਿ ਕੇ ਨਹੀਂ ਸਰਦਾ, ਜੇ ਅਸੀਂ ਉਹਨਾਂ ਵਾਸਤੇ ਇੱਕ ਦਿਨ ਵੀ ਨਹੀਂ ਕੱਢ ਸਕਦੇ। ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਫਿਰ ਛੋਟੇ ਸਾਹਿਬਜ਼ਾਦੇ ਦੀ ਵਾਰੀ ਆਈ, ਉਹਨਾਂ ਨੇ ਵੀ ਆਗਿਆ ਮੰਗੀ ਆਪਣੇ ਗੁਰੂ ਪਿਤਾ ਤੋਂ, ਸੱਚੇ ਪਾਤਸ਼ਾਹ ਮੈਨੂੰ ਵੀ ਆਗਿਆ ਦੇ ਦਿਓ। ਫਿਰ ਧੰਨ ਬਾਬਾ ਜੀਵਨ ਸਿੰਘ ਜੀ, ਬਾਬਾ ਸੰਗਤ ਸਿੰਘ ਜੀ, ਬਾਬਾ ਸੰਤ ਸਿੰਘ ਜੀ, ਬਾਬਾ ਮਦਨ ਸਿੰਘ ਜੀ, ਭਾਈ ਕਾਠਾ ਸਿੰਘ ਜੀ, ਸਾਰੇ ਗੁਰੂ ਕੇ ਸਿੱਖ ਅੱਗੇ ਹੋ ਗਏ। ਸੱਚੇ ਪਾਤਸ਼ਾਹ ਇੱਕ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਦੋ ਦਾ ਪਤਾ ਨਹੀਂ ਮਿਲਣ ਕੇ ਨਾ ਮਿਲਣ, ਕਿਰਪਾ ਕਰ ਦਿਓ ਇੱਕ ਪੁੱਤਰ ਰੱਖ ਲਓ। ਦੇਖੋ ਇੱਥੇ ਬੜੀ ਕਰੌਚਕ ਗੱਲ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਿੱਖੋ ਤੁਸੀਂ ਮੇਰੇ ਪੁੱਤਰ ਹੋ। ਇੱਕ ਨਾਦੀ ਪੁੱਤਰ ਹੁੰਦਾ, ਇੱਕ ਬਿੰਦੀ ਪੁੱਤਰ ਹੁੰਦਾ। ਬਿੰਦੀ ਪੁੱਤਰ ਤਾਂ ਕਈ ਵਾਰੀ ਐਸਾ ਵੀ ਹੋ ਜਾਂਦਾ, ਨਲਾਇਕ ਵੀ ਨਿਕਲ ਜਾਂਦਾ ਹੈ। ਉਹ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਵਿੱਚ ਵੀ ਛੱਡ ਆਉਂਦਾ ਹੈ, ਧੱਕੇ ਮਾਰ ਕੇ ਆਪਣੇ ਘਰ ਵਿੱਚੋਂ ਵੀ ਕੱਢ ਦਿੰਦਾ ਹੈ। ਪਰ ਇੱਕ ਹੈ ਬਿੰਦੀ ਪੁੱਤਰ, ਤੇ ਦੂਸਰਾ ਹੈ ਨਾਦੀ ਪੁੱਤਰ। ਨਾਦ ਨਾਮ ਸ਼ਬਦ ਦਾ ਹੈ, ਸ਼ਬਦ ਦੇ ਵਿੱਚੋਂ ਜਿਹੜਾ ਪੁੱਤਰ ਪੈਦਾ ਹੋਇਆ ਉਹਨੂੰ ਨਾਦੀ ਪੁੱਤਰ ਆਖਦੇ ਹਨ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ, ਨਾਦ ਨਾਮ ਸ਼ਬਦ ਪੜਿਆ ਜਾਂਦਾ, ਉੱਥੇ ਪੰਜ ਬਾਣੀ ਦਾ ਨਿਤਨੇਮ ਹੁੰਦਾ ਹੈ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਸੰਪੂਰਨ ਸ੍ਰੀ ਆਨੰਦ ਸਾਹਿਬ 40 ਪੌੜੀਆਂ ਵਾਲਾ ਪੜਿਆ ਜਾਂਦਾ ਹੈ। ਸ਼ਬਦ ਪੜਿਆ ਗਿਆ ਨਾ, ਸ਼ਬਦ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਗਿਆ, ਤੇ ਉਸ ਬਾਟੇ ਵਿੱਚੋਂ ਰਗੜ ਪੀਤਾ ਖੰਡਾ ਤੇਰੇ ਖਾਲਸੇ, ਉਹਦੇ ਵਿੱਚੋਂ ਫਿਰ ਸਤਿਗੁਰ ਕਾ ਜਨਮ ਹੈ ਗਵਨ ਮਟਾਇਆ, ਉੱਥੇ ਫਿਰ ਖਾਲਸੇ ਦਾ ਜਨਮ ਹੁੰਦਾ ਹੈ। ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਜੇ ਮੇਰਾ ਬਾਬਾ ਅਜੀਤ ਸਿੰਘ ਬਿੰਦੀ ਪੁੱਤਰ ਹੈ, ਤੁਸੀਂ ਨਾਦੀ ਪੁੱਤਰ ਹੋ, ਮੈਂ ਤੁਹਾਨੂੰ ਘੱਟ ਨਹੀਂ ਸਮਝਦਾ, ਮੈਂ ਉਨਾ ਮਾਣ ਹੀ ਕਰਦਾ ਜਿੰਨਾ ਮਾਣ ਮੈਨੂੰ ਬਾਬਾ ਅਜੀਤ ਸਿੰਘ ਉੱਤੇ ਹੈ। ਦੇਖੋ ਇਹ ਕਿਹਨੂੰ ਕਿਹਾ? ਬਾਬਾ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਨੂੰ ਕਿਹਾ ਮਹਾਰਾਜ ਜੀ ਨੇ ਅੱਗੇ ਕਰਕੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਮੇਰੇ ਪੁੱਤਰ ਹੋ। ਤੇ ਅੱਜ ਦਾ ਸਿੱਖ ਕਹਿੰਦਾ ਅਸੀਂ ਪੁੱਤਰ ਨਹੀਂ ਬਣਨਾ, ਅਸੀਂ ਤਾਂ ਕਪੁੱਤਰ ਹੀ ਬਣ। ਠੀਕ ਹੈ ਤੇਰੇ, ਹੋਊਗਾ ਦਿਹਾੜਾ ਸਾਡੇ ਬਜ਼ੁਰਗਾਂ ਦਾ, ਬਾਬੇ ਜੀਵਨ ਸਿੰਘ ਦਾ, ਅਸੀਂ ਕੀ ਲੈਣਾ?
ਗੁਰਦੁਆਰੇ ਵਾਲੇ ਇਕੱਠੇ ਹੋ ਕੇ ਅਰਦਾਸ ਕਰ ਦੇਣਗੇ, ਭੋਗ ਪਾ ਦੇਣਗੇ, ਦੇਗਾਂ ਵਰਤਾ ਦੇਣਗੇ। ਬਸ ਇੱਥੋਂ ਕਿਤੇ ਸੀਮਿਤ ਰੱਖਿਆ ਹੋਇਆ। ਤੇ ਫਿਰ ਉਹਨਾਂ ਦੀ ਬਾਬਤ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਫਰਮਾਨ ਕਰਦੇ ਹਨ, ਕਹਿੰਦੇ ਉਹ ਪਿਆਰਿਓ, ਉਹ ਤੁਸੀਂ ਭੁੱਲ ਗਏ ਆਪਣੇ ਵੱਡੇ ਵਡੇਰਿਆਂ ਨੂੰ। ਜੇ ਤੁਸੀਂ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਰੱਖੋ ਨਾ, ਇਹ ਫਿਰ ਕੌਮ ਕਦੇ ਨਾ ਹਾਰੇ। ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ। ਮਹਾਰਾਜ ਕਹਿਣ ਲੱਗੇ, ਜਦੋਂ ਦੂਸਰਾ ਸਾਹਿਬਜ਼ਾਦਾ ਜਾਣ ਲੱਗਿਆ, ਭਾਈ ਜੀਵਨ ਸਿੰਘ ਜੀ, ਉਹ ਤੁਸੀਂ ਵੀ ਮੇਰੇ ਪੁੱਤਰ ਹੋ। ਕੀ ਹੋ ਗਿਆ? ਇਹ ਤਾਂ ਪੰਥ ਦੀ ਮਾਨਤ ਹੈ, ਤੇਰੀ ਸੀ ਮਾਨਤ ਮੈਨੂੰ ਦਿੱਤੀ ਹੋਈ ਕਾਲ ਪੁਰਖ, ਅੱਜ ਪੂਰੀ ਕਰ ਲੈ ਕੰਡੇ ਤੋਲ। ਸੁਨਿਆਰ ਜੀ ਤੇਰਾ ਭਾਣਾ ਮਨ ਵਿੱਚ ਬੈਠਾ ਹਾਂ ਮੈਂ ਮੰਨ ਕੇ, ਜੰਗਲਾਂ ਦੇ ਮੇਰੀ ਹੈ ਨਮਸਕਾਰ ਤੈਨੂੰ ਬਾਹੋ ਵਾਰ ਜੀ। ਇਸ ਕਰਕੇ ਫਿਰ ਕਹਿਣ ਤੋਂ ਭਾਵ ਮੋਹਰੀ ਸਨ ਬਾਬਾ ਜੀਵਨ ਸਿੰਘ ਜੀ ਜੈਤਾ। ਉਹ ਇੰਨਾ ਮਾਣ ਦਿੱਤਾ ਤੇ ਪਟਨਾ ਸਾਹਿਬ ਦੀ ਧਰਤੀ ਤੋਂ ਨਾਲ ਤੁਰ ਪਏ। ਜਿੱਥੇ ਜਿੱਥੇ ਬਾਜਾਂ ਵਾਲੇ ਗਏ ਉਹਨਾਂ ਦੇ ਨਾਲ ਫਿਰ ਬਾਬਾ ਜੀਵਨ ਸਿੰਘ ਜੈਤੇ ਨੇ ਆਪਣਾ ਜੀਵਨ ਲਾਤਾ। ਅੱਜ ਉਹਨਾਂ ਦਾ ਜਿਹੜਾ ਦਿਹਾੜਾ ਹੈ ਖੁਸ਼ੀਆਂ ਦਾ ਦਿਹਾੜਾ ਉਹਨਾਂ ਦਾ, ਅੱਜ ਪ੍ਰਕਾਸ਼ ਦਿਨ ਹੈ ਉਹਨਾਂ ਦਾ। ਤੇ ਫਿਰ ਧੰਨ ਸੀ ਬਾਬਾ ਜੀਵਨ ਸਿੰਘ ਜੈਤਾ। ਕਹਿਣ ਤੋਂ ਭਾਵ ਵਖਤੇ ਅਖੀਰ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਵਿੱਚ ਕੁਝ ਕੁ ਗਿਣਤੀ ਦੇ ਸਿੱਖ ਰਹਿ ਗਏ, ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਤੇ ਫਿਰ ਬਾਬੇ ਜੀਵਨ ਸਿੰਘ ਜੈਤੇ ਨੇ ਕਿਹਾ, ਮਹਾਰਾਜ ਹੁਣ ਕਿਰਪਾ ਕਰੋ ਗੜੀ ਛੱਡ ਜੋ। ਜਿੱਥੇ ਮੈਂ ਗੱਲ ਮੇਲ ਲਿਆਉਣੀ ਚਾਹੁੰਦਾ ਸੀ, 22 ਧਾਰ ਦੇ ਪਹਾੜੀਆਂ ਦੇ ਰਾਜਿਆਂ ਦੇ ਅੱਗੇ ਨਹੀਂ ਮਹਾਰਾਜ ਝੁਕੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 22 ਧਾਰ ਦੇ ਪਹਾੜੀ ਰਾਜਿਆਂ ਨੇ 8-9 ਮਹੀਨੇ ਲਗਾਤਾਰ ਘੇਰਾ ਪਾ ਕੇ ਰੱਖਿਆ, ਬਾਜਾਂ ਵਾਲੇ ਨਹੀਂ ਡੋਲੇ। ना डरे ना डरो अरसों जब जाए लरो, निश्चय करे अपनी जीत करो। अर सिखो ही अपने मन को है लाल चहो गुण तो उचरो, जब आप की औद निदान बने अति ही रण में तब जूझ मरो। 22 ਧਾਰ ਦੇ ਪਹਾੜੀ ਰਾਜਾ ਨੇ 9 ਮਹੀਨੇ ਘੇਰਾ ਪਾ ਕੇ ਰੱਖਿਆ। ਚਮਕੌਰ ਦੀ ਗੜੀ ਵਿੱਚ 2 ਦਿਨ ਘੇਰਾ ਪਿਆ। ਇੱਕ ਬੰਦੇ ਦਾ ਨਹੀਂ, 2 ਦਾ ਨਹੀਂ, 10 ਲੱਖ ਦਾ ਫੌਜ ਦਾ ਘੇਰਾ ਪਿਆ ਰਿਹਾ। ਜਦੋਂ ਦੋਨੋਂ ਪੁੱਤਰ ਸ਼ਹੀਦ ਹੋ ਗਏ, 5 ਸਿੱਖਾਂ ਨੇ ਆ ਕੇ, ਜਿਨ੍ਹਾਂ ਦੇ ਵਿੱਚ ਬਾਬਾ ਸੰਗਤ ਸਿੰਘ ਜੀ, ਉਹ ਵੀ ਤੁਹਾਡਾ ਹੀ ਸੀ, ਬਾਬਾ ਜੀਵਨ ਸਿੰਘ ਜੀ, ਉਹ ਵੀ ਤੁਹਾਡਾ ਸੀ, ਆ ਕੇ ਉਹਨਾਂ ਨੇ ਫਿਰ ਕਹਿ ਦਿੱਤਾ, ਸੱਚਾ ਪਾਤਸ਼ਾਹ ਹੁਣ ਪੁੱਤਰ ਸ਼ਹੀਦ ਹੋ ਗਏ, ਹਾਂ ਮੱਝ ਕਹਿੰਦੇ ਕੱਲ ਨੂੰ ਮੈਂ ਜਾਊਂਗਾ ਜੰਗ ਵਿੱਚ, ਤਿਆਰ ਪਰ ਤਿਆਰ ਹੈ, ਬਸ ਅਗਲਾ ਦਿਨ ਹੈ, ਮੈਂ ਇਸ ਰਣ ਖੇਤਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਜਿਹੜਾ ਉਹ ਕੁਰਬਾਨ ਕਰ ਦਿਆਂਗਾ, ਸ਼ਹੀਦੀ ਪ੍ਰਾਪਤ ਕਰ ਦਿਆਂਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਸੀ। ਭਾਈ ਦਿਆ ਸਿੰਘ ਨੂੰ ਪਤਾ ਸੀ ਜਿਹੜੀ ਗੱਲ ਕਹਿ ਦਿੱਤੀ ਮੁੱਖ ਚੋਂ ਹੁਣ ਮੋੜ ਦੇਣੀ ਹੈ। ਫਿਰ ਕਰ ਦਿੱਤਾ ਬਾਬੇ ਜੀਵਨ ਸਿੰਘ ਜੈਤੇ ਨੂੰ ਅੱਗੇ, 5 ਦੇ ਵਿੱਚ ਤੂੰ ਵੀ ਸ਼ਾਮਲ ਹੋ ਜਾ। 5 ਸਿੱਖਾਂ ਨੇ ਅੱਗੇ ਹੋ ਕੇ, ਤੇ ਸਭ ਤੋਂ ਮੋਹਰੀ ਸਨ ਬਾਬਾ ਜੀਵਨ ਸਿੰਘ ਜੀ ਜੈਤਾ, ਜਿਨ੍ਹਾਂ ਨੇ ਕਹਿ ਦਿੱਤਾ ਸੀ, ਸੱਚੇ ਪਾਤਸ਼ਾਹ ਹੁਣ ਤੂੰ ਇੱਥੇ ਸ਼ਹੀਦੀ ਨਹੀਂ ਪ੍ਰਾਪਤ ਕਰ। ਮਹਾਰਾਜ ਕਹਿਣ ਲੱਗੇ ਕੀ ਕਾਰਨ? ਉਹ ਸੱਚਾ ਪਾਤਸ਼ਾਹ ਗੱਲ ਤਾਂ ਸੁਣ। ਇਹ ਗੱਲ ਬਾਬੇ ਜੀਵਨ ਸਿੰਘ ਜੈਤੇ ਨੇ ਕਹੀ ਸੀ। ਕੀ ਕਹਿੰਦੇ? ਜੀ ਹੈ ਹੁਕਮ ਖਾਲਸੇ ਦਾ। ਸੱਚੇ ਪਾਤਸ਼ਾਹ ਤੈਂ ਮਾਣ ਦਿੱਤਾ ਸਾਨੂੰ? ਕਹਿੰਦੇ ਹਾਂ ਦਿੱਤਾ, ਪਰ ਹੁਣ ਫਿਰ ਸਾਡੀ ਗੱਲ ਤਾਂ ਸੁਣ ਲਾ। ਮਹਾਰਾਜ ਕਹਿੰਦੇ ਕਿਹੜੀ? ਜੀ ਹੈ ਹੁਕਮ ਖਾਲਸੇ ਦਾ, ਤੁਰ ਜਾ ਕਰਕੇ ਕੂਚ ਮੈਦਾਨ। है हुक्म खालसे दा, तुर जा करके कूच मैदान। है हुक्म खालसे दा, तुर जा करके कूच मैदान। है हुक्म खालसे दा, तुर जा करके कूच मैदान। है हुक्म खालसे दा, तुर जा करके कूच मैदान। है हुक्म खालसे दा, तुर जा करके कूच मैदान। है हुक्म खालसे दा,
ਹੈ ਹੁਕਮ ਖਾਲਸੇ ਦਾ ਤੁਰ ਜਾ ਕਰਕੇ ਕੂਚ ਮੈਦਾਨੋ ਹੈ ਹੁਕਮ ਖਾਲਸੇ ਦਾ ਤੁਰ ਜਾ ਕਰਕੇ ਕੂਚ ਮੈਦਾਨੋ ਹੈ ਹੁਕਮ ਖਾਲਸੇ ਦਾ ਤੁਰ ਜਾ ਕਰਕੇ ਕੂਚ ਮੈਦਾਨੋ ਹੈ ਹੁਕਮ ਖਾਲਸੇ ਦਾ ਤੁਰ ਜਾ ਕਰਕੇ ਕੂਚ ਮੈਦਾਨੋ ਖਾਲਸੇ ਦਾ ਤੁਰ ਜਾ ਕਰਕੇ ਕੂਚ ਮੈਦਾਨੋ ਹੈ ਹੁਕਮ ਖਾਲਸੇ ਦਾ ਤੁਰ ਜਾ ਕਰਕੇ ਕੂਚ ਮੈਦਾਨੋ ਇਹ ਗੱਲ ਕਿਹਦੀ ਤਾਕਤ ਸੀ? ਮਹਾਰਾਜ ਦੇ ਅੱਗੇ ਹੋ ਕੇ ਕਹਿ ਦਿੰਦਾ। ਬਾਬਾ ਸੰਗਤ ਸਿੰਘ ਨੇ ਕਿਹਾ, ਸੱਚਾ ਪਾਤਸ਼ਾਹ ਤੈਂ ਕਿਹਾ ਸੀ 6ਵੀਂ ਰਹਿਤ, 5 ਰਹਿਤਾਂ ਦੱਸੀਆਂ ਤੁਸੀਂ, ਇੱਕ 6ਵੀਂ ਰਹਿਤ ਖਾਲਸੇ ਵੱਲੋਂ ਤੁਹਾਨੂੰ ਅਲੱਗ ਦੱਸੀ ਗਈ ਸੀ। ਜਦੋਂ ਵੀ ਭੀੜੀ ਪਵੇ ਖਾਲਸਾ ਅਰਦਾਸ ਕਰੇ, ਉਸ ਵਕਤ ਤੁਹਾਨੂੰ ਅੱਗੇ ਹੋ ਕੇ ਮੰਨਣੀ ਪਊਗੀ। ਅੱਜ ਜੋ ਖਾਲਸਾ ਇਕੱਤਰ ਹੋ ਕੇ ਇਕੱਠਾ ਹੋ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਿਹਾ। ਵੈਸੇ ਗੁਰੂ ਨੂੰ ਕੋਈ ਹੁਕਮ ਨਹੀਂ ਕਰ ਸਕਦਾ, ਇਹ ਵੀ ਇੱਕ ਮਾਣ ਵਾਲੀ ਗੱਲ ਹੈ। ਸਾਡੇ ਬਜ਼ੁਰਗਾਂ ਨੂੰ ਬੜੇ ਮਾਣ ਦੇ ਨਾਲ ਜੇ ਪੰਜਾਂ ਨੇ ਇਕੱਤਰ ਹੋ ਕੇ ਕਹਿ ਦਿੱਤਾ ਛੱਡ ਜਾ ਕਿਲਾ, 10 ਲੱਖ ਦੇ ਅੱਗੇ ਨਹੀਂ ਮਹਾਰਾਜ ਜੀ ਝੁਕੇ, ਤਾਂ ਖਾਲਸੇ ਦੇ ਅੱਗੇ ਮੱਥਾ ਟੇਕ ਦਿੱਤਾ ਬਾਜਾਂ ਵਾਲੇ ਨੇ। ਜੇ ਮੈਨੂੰ ਖਾਲਸੇ ਦਾ ਹੁਕਮ ਹੈ ਤਾਂ ਮੈਂ ਹੁਣ ਇਸੇ ਵਕਤ ਦੀ ਚਮਕੌਰ ਦੀ ਗੜੀ ਵਿੱਚੋਂ ਖਾਲਸਾ ਜੀ ਮੈਂ ਤਾੜੀ ਮਾਰ ਜਾ ਕੇ ਮੈਂ ਨਗਾਰੇ ਤੇ ਚੋਟ ਮਾਰ ਕੇ ਜਕਾਰਾ ਛੱਡ ਕੇ ਫੇਰ ਜਾਊਂਗਾ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਾਬੇ ਜੀਵਨ ਸਿੰਘ ਜੈਤੇ ਅੱਗੇ ਆਪਣਾ ਸੀਸ ਝੁਕਾ ਦਿੱਤਾ। ਸ਼ਰੀਅਤ ਲੋਕਾਂ ਦੀਆਂ ਗੱਲਾਂ ਨਹੀਂ ਹੈ, ਇਹ ਸ਼ਰਧਾ ਤੇ ਭਾਵਨਾ ਵਾਲਿਆਂ ਦੀਆਂ ਗੱਲਾਂ ਨੇ। ਪੰਜਾਂ ਦੇ ਅੱਗੇ ਸੀਸ ਝੁਕਾਇਆ, ਉਹਨਾਂ ਦੇ ਵਿੱਚ ਕੌਣ ਸੀ? ਬਾਬਾ ਜੀਵਨ ਸਿੰਘ ਜੈਤਾ ਸੀ। ਉਹਨਾਂ ਦੇ ਵਿੱਚ ਕੌਣ ਸੀ? ਬਾਬਾ ਸੰਗਤ ਸਿੰਘ ਜੀ ਮਹਾਰਾਜ ਜੀ ਸੀ, ਜਿਨ੍ਹਾਂ ਨੇ ਆਪਣਾ ਸਾਰਾ ਬਾਣਾ ਲਾ ਕੇ, ਲਾ ਕਲਗੀ ਤੋਂ, ਲਾ ਚੋਲੇ ਤੋਂ, ਸਿਰ ਦੀ ਦਸਤਾਰ ਸਭ ਕੁਝ ਲਾ ਕੇ ਬਾਬਾ ਸੰਗਤ ਸਿੰਘ ਜੀ ਮਹਾਰਾਜ ਨੂੰ ਸੌਂਪ ਦਿੱਤਾ। ਉਹ ਕੌਣ ਸੀ? ਧੰਨ ਬਾਬਾ ਜੀਵਨ ਸਿੰਘ ਜੈਤੇ ਦੇ ਭਰਾ ਸਨ। ਉਹ ਸਾਡੀ ਕੌਮ ਦੇ ਵਾਰਸ ਸਨ, ਜਿਨ੍ਹਾਂ ਨੂੰ ਸਭ ਕੁਝ ਸੌਂਪ ਕੇ ਕਹਿ ਦਿੱਤਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਗੀ ਜਗਾ ਤੇਰੇ ਸ਼ਮੀ ਬਾਣਾ ਸੌਂਪਤਾ ਸੰਗਤ ਸਿੰਘ ਜਗਾ ਤੇਰੇ ਸ਼ਮੀ ਬਾਣਾ ਸੌਂਪਤਾ ਸੰਗਤ ਸਿੰਘ ਕਲਗੀ ਜਗਾ ਤੇਰੇ ਸ਼ਮੀ ਬਾਣਾ ਸੌਂਪਤਾ ਸੰਗਤ ਸਿੰਘ ਨੂੰ ਕਲਗੀ ਜਗਾ ਤੇਰੇ ਸ਼ਮੀ ਬਾਣਾ ਸੌਂਪਤਾ ਸੰਗਤ ਸਿੰਘ ਨੂੰ ਸੰਗਤ ਸਿੰਘ ਨੂੰ ਕਲਗੀ ਜਗਾ ਤੇਰੇ ਸ਼ਮੀ ਬਾਣਾ ਸੌਂਪਤਾ ਸੰਗਤ ਸਿੰਘ ਨੂੰ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਤੋਂ ਭਾਵ ਮੈਂ ਅਰਜ਼ ਕਰ ਰਿਹਾ ਹਾਂ ਵੀ ਮਾਣ ਦਿੰਦੇ ਨੇ ਮਹਾਰਾਜ। ਜੇ ਕਹਿ ਦਿੱਤਾ ਬਾਬੇ ਜੀਵਨ ਸਿੰਘ ਜੈਤੇ ਵਰਗਿਆਂ ਨੇ ਸੱਚੇ ਪਾਤਸ਼ਾਹ ਹੁਣੀ ਛੱਡ ਜਾ, ਮਿੰਟ ਲਾਇਆ। 10 ਲੱਖ ਫੌਜ ਦੇ ਅੱਗੇ ਨਹੀਂ ਮਹਾਰਾਜ ਜੜੀ। 10 ਲੱਖ ਫੌਜ ਨੇ ਇਸ ਤਰ੍ਹਾਂ ਨਾਰੇ ਮਾਰੇ, ਅਲੀ ਅਲੀ ਦੇ ਨਾਰੇ ਮਾਰੇ, ਫੜ ਲਓ ਬਾਜਾਂ ਵਾਲਿਆਂ ਨੂੰ, ਫੜ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਨਹੀਂ ਡਰੇ, ਕਿੱਡਾ ਕੁ ਵੱਡਾ ਜਿਗਰਾ ਹੋਣਾ ਉਹਨਾਂ ਦਾ। ਤੇ ਜਦੋਂ ਬਾਬੇ ਜੀਵਨ ਸਿੰਘ ਜੈਤੇ ਵਰਗਿਆਂ ਨੇ ਅੱਗੇ ਹੱਥ ਬੰਨ੍ਹ ਕੇ ਕਹਿ ਦਿੱਤਾ ਮਹਾਰਾਜ ਹੁਣੇ ਹੀ ਛੱਡ ਜਾਓ, ਟਾਈਮ ਨਹੀਂ ਦੇਖਿਆ, ਰਾਤ ਦੇ 2 ਵਜੇ ਹੋਏ ਨੇ। ਰਾਤ ਦੇ 2 ਵਜੇ ਉਸ ਚਮਕੌਰ ਦੀ ਗੜੀ ਨੂੰ ਮਹਾਰਾਜ ਨੇ ਛੱਡ ਦਿੱਤਾ। 5 ਸਿੱਖਾਂ ਦੇ ਕਹਿਣ ਤੇ 10 ਲੱਖ ਫੌਜ 9 ਮਹੀਨਿਆਂ ਦਾ ਘੇਰਾ ਪਿਆ ਰਿਹਾ, ਮਹਾਰਾਜ ਨੇ ਪਰਵਾਹ ਨਹੀਂ ਕਰੀ ਕਿਸੇ ਦੀ। ਦੇਖੋ ਉਸ ਬਾਬੇ ਜੀਵਨ ਸਿੰਘ ਜੈਤੇ ਦੀਆਂ 5 ਸਬਾਂਸਾਂ ਪਿਆਰਿਓ,
ਜਿਹਦੇ ਕਹਿਣ ਤੇ ਕਲਗੀਆਂ ਵਾਲੇ ਨੇ ਇੱਕੋ ਹੀ ਮਿੰਟ ਲਾਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਦਾਨੀ ਹੋਏ ਨੇ। ਕੱਲ ਪਰਸੋਂ ਦੇ ਦੇਖਿਆ ਮੈਂ, ਕੋਈ ਕਿਵੇਂ ਭੇਟਾ ਲਿਆਉਂਦਾ ਗੁਰੂ ਘਰ ਦੇ ਵਿੱਚ, ਕੋਈ ਮਾਇਆ ਦੀ ਭੇਟਾ ਦੇ ਜਾਂਦਾ, ਕੋਈ ਪ੍ਰੇਮ ਭੇਟਾ ਹੀ, ਕੋਈ ਮੱਥਾ ਹੀ ਟੇਕ ਜਾਂਦਾ ਗੁਰੂ ਘਰ ਵਿੱਚ। ਅੱਡੋ ਅੱਡੀ ਸਾਰੇ ਸੂਰਮੇ ਸੀ, ਪਰ ਧੰਨ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ। ਉਹਨਾਂ ਨੇ ਕੀ ਭੇਟਾ ਕੀਤਾ? ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖੋ ਕਿਹੜੀ ਕਿਹੜੀ ਭੇਟਾ ਪ੍ਰਵਾਨ ਹੈ ਗੁਰੂ ਦੇ ਚਰਨਾਂ ਵਿੱਚ। ਕੋਈ ਮਰਜ਼ੀ ਭੇਟਾ ਰੱਖ ਦੇਵੇ, ਗੁਰੂ ਦੇ ਘਰ ਦੇ ਵਿੱਚ ਪ੍ਰਵਾਨ ਹੈ। ਪਰ ਧੰਨਵਾਜਾਂ ਵਾਲੇ ਕਹਿਣ ਲੱਗੇ, ਜੀਵਨ ਸਿਆ ਜੇ ਤੂੰ ਇਹ ਗੱਲ ਕਹਿਣਾ ਨਾ, ਮੈਂ ਚਲਿਆ ਜਾਂਦਾ ਹਾਂ। ਉਹ ਦੁਨੀਆ ਦੇ ਲੋਕ ਮੈਨੂੰ ਕੀ ਕਹਿਣਗੇ? ਸੱਚੇ ਪਾਤਸ਼ਾਹ ਕੁਝ ਨਹੀਂ ਕਹਿੰਦੇ, ਅਸੀਂ ਬੈਠੇ ਹਾਂ ਇਸ ਗੜੀ ਦੇ ਵਿੱਚ, ਅਸੀਂ ਬੈਠ ਕੇ ਪਹਿਰਾ ਦੇਵਾਂਗੇ, ਕੋਈ ਗੱਲ ਨਹੀਂ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜੀ ਅੱਜ ਨਿਕਲੇ ਚਮਕਾਰ ਵਿੱਚੋਂ। ਧੰਨ ਬਾਬਾ ਜੀਵਨ ਸਿੰਘ ਜੈਤੇ ਦੇ ਕਹਿਣ ਤੇ ਸਤਿਗੁਰ ਬਣ ਪੁੱਤਰਾਂ ਦੇ ਦਾਨੀ। ਨਿਕਲੇ ਚਮਕਾਰ ਵਿੱਚੋਂ ਸਤਿਗੁਰ ਜੀ ਬਣ ਪੁੱਤਰਾਂ ਦੇ ਦਾਨੀ। ਨਿਕਲੇ ਚਮਕਾਰ ਵਿੱਚੋਂ ਸਤਿਗੁਰ ਬਣ ਪੁੱਤਰਾਂ ਦੇ ਦਾਨੀ। ਨਿਕਲੇ ਚਮਕਾਰ ਵਿੱਚੋਂ ਸਤਿਗੁਰ ਬਣ ਪੁੱਤਰਾਂ ਦੇ ਦਾਨੀ। ਨਿਕਲੇ ਚਮਕਾਰ ਵਿੱਚੋਂ ਬਣ ਪੁੱਤਰਾਂ ਦੇ ਦਾਨੀ। ਨਿਕਲੇ ਚਮਕਾਰ ਵਿੱਚੋਂ ਸਤਿਗੁਰ ਬਣ ਪੁੱਤਰਾਂ ਦੇ ਦਾਨੀ। ਹੁਕਮ ਕਿਹਦਾ ਮੰਨਿਆ? ਉਹਨਾਂ ਗੁਰੂ ਕੇ ਸਿੱਖਾਂ ਦਾ ਹੁਕਮ ਮੰਨ ਲਿਆ। ਤੇ ਉੱਥੇ ਫਿਰ ਉਹ ਸਭਾ ਲੱਖ ਸੇਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਉਸ ਬਜ਼ੁਰਗ ਦੇ ਅੱਗੇ, ਉਸ ਧੰਨ ਬਾਬੇ ਜੀਵਨ ਸਿੰਘ ਜੈਤੇ ਅੱਗੇ ਮਹਾਰਾਜ ਨੇ ਸੀ ਝੁਕਾਤਾ। ਜੇ ਤੁਸੀਂ ਕਹਿੰਦੇ ਹੋ ਮੈਂ ਚਲਿਆ ਜਾਂਦਾ ਹਾਂ, ਮੇਰੇ ਨਾਲ ਤਿੰਨ ਹੀ ਸਿੱਖ ਜਾਣਗੇ। ਕੀਮਤੀ ਜੋੜਾ ਵੀ ਉਤਾਰ ਦਿੱਤਾ, ਕੀਮਤੀ ਬਾਣਾ। ਸਭ ਤੋਂ ਵਕਤੇ ਖੀਰ ਕਲਗੀ ਰਹਿ ਗਈ ਸੀ, ਜਿਹੜੀ ਉਹ ਵੀ ਬਾਬੇ ਸੰਗਤ ਸਿੰਘ ਦੇ ਸੌਂਪ ਦਿੱਤੀ। ਕਲਗੀ ਤੁਹਾਨੂੰ ਮਿਲੀ, ਤੁਸੀਂ ਐਡੇ ਵੱਡੇ ਵੀਰ ਵਿਰਸੇ ਦੇ ਮਾਲਕ ਹੋ। ਅੱਜ ਭੁੱਲ ਕੇ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹੁਕਮ ਤਾਂ ਬਾਬੇ ਜੀਵਨ ਸਿੰਘ ਦਾ ਹੁਕਮ ਮੰਨ ਲਿਆ ਬਾਜਾਂ ਵਾਲੇ ਨੇ, ਤੁਸੀਂ ਗੁਰੂ ਦਾ ਹੁਕਮ ਮੰਨ ਕੇ ਗੁਰਦੁਆਰਾ ਸਾਹਿਬ ਤੱਕ ਨਹੀਂ ਆ ਸਕਦੇ। ਫਿਰ ਕੀ ਅਸੀਂ ਕਹਿ ਸਕਦੇ ਹਾਂ ਮਾਣ ਦੇ ਨਾਲ ਵੀ ਸਾਡਾ ਸੀ? ਨਹੀਂ। ਮਹਾਰਾਜ ਕਹਿਣ ਲੱਗੇ ਉਹ ਮੰਨਦੇ ਨੇ ਗੁਰੂ ਦਾ ਹੁਕਮ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬਾਬੇ ਜੀਵਨ ਸਿੰਘ ਨੂੰ ਯਾਦ ਕਰਦੇ ਨੇ, ਫੋਟੋਆਂ ਟੰਗ ਕੇ ਚੌੜੇ ਹੋ ਕੇ ਤਾਂ ਕਹਿ ਦਿੰਦੇ ਸਾਡਾ ਬਾਬਾ ਜੀਵਨ ਸਿੰਘ। ਪਰ ਉਸ ਤੋਂ ਬਾਅਦ ਕਿਤੇ ਕੱਪੜਾ ਮਾਰਿਆ ਉਹਨਾਂ ਉੱਤੇ ਵੀ ਗਰਦਾ ਕਿੰਨਾ ਕਿੰਨਾ ਜੰਮਿਆ ਪਿਆ। ਫੋਟੋਆਂ ਟੰਗ ਕੇ ਨਹੀਂ ਖੁਸ਼ ਹੋਣਾ ਬਾਬੇ ਨੇ। ਕਾਦੇ ਨਾਲ ਖੁਸ਼ ਹੋਣਗੇ ਹੋ ਜਿਨ ਕੀ ਜਾਤ ਮਨਾਤੇ ਹੋ ਤਿਨ ਕੀ ਬਾਤ ਵੀ ਮਾਨੋ। ਜਾਤ ਮਨਾਤੇ ਹੋ ਬਾਤ ਵੀ ਮਾਨੋ। जिनकी याद मनाते हो उनकी बात भी मानो। याद मनाते हो उनकी बात भी मानो। जिनकी याद मनाते हो उनकी बात भी मानो। जिनकी याद मनाते हो उनकी बात भी मानो। ਅੱਜ ਕਹਿੰਦੇ ਉਹਨਾਂ ਦੀ ਗੱਲ ਤਾਂ ਮੰਨੋ। ਦੇਖੋ ਕਿਹੋ ਜਿਹੇ ਸੀ ਉਹਨਾਂ ਦੇ ਮੁਖ ਉੱਤੇ ਦਾੜਾ ਸੀ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਹੈ ਬਾਬੇ ਜੀਵਨ ਸਿੰਘ ਵਰਗੇ? ਉਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਸੀ, ਸਾਡਾ ਹੈ ਛਕਿਆ ਹੋਇਆ? ਕੀ ਬਾਬਾ ਜੀਵਨ ਸਿੰਘ ਜੀ ਜੈਤਾ ਉਹਨਾਂ ਦੇ ਚੋਲੇ ਨੂੰ ਜਿਹੜੀਆਂ ਜੇਬਾਂ ਲੱਗੀਆਂ ਵੀ ਸੀ, ਹੈ ਸੀ ਆਪਣੇ ਸਾਡੇ ਵਾਲੀ ਵਸਤੂ ਉਹਨਾਂ ਦੀ ਜੇਬ ਵਿੱਚ? ਨਹੀਂ, ਉਹ ਇੱਕ ਮਹਾਨ ਪਵਿੱਤਰ ਆਤਮਾ ਸੀ। ਇਸ ਕਰਕੇ ਬਸ ਇਹੀ ਇੱਕ ਸਿੱਖਿਆ, ਇਹੀ ਸਾਖੀ ਦਾ ਭਾਵ ਹੁੰਦਾ, ਸਿੱਖਿਆ। ਤੇ ਅੱਜ ਵਾਲੇ ਦਿਨ ਫਿਰ ਉਹਨਾਂ ਨੇ ਮਾਤਾ ਪ੍ਰੇਮੋ ਜੀ ਦੇ ਗ੍ਰਹਿ ਵਿਖੇ ਪਿਤਾ ਬਾਬਾ ਆਗਿਆ ਰਾਮ ਜੀ ਮਹਾਰਾਜ, ਭਾਈ ਕਲਿਆਣਾ ਜੀ, ਪਿੱਛੇ ਨੂੰ ਦੀ ਅੰਸ ਜਿਹੜੀ ਉਹ ਬੰਸਾਵਲੀ ਪੜ੍ਹਦੇ ਜਾਓ ਫਿਰ ਪਤਾ ਲੱਗ ਜਾਂਦਾ ਹੈ ਵੀ ਐਡਾ ਫਰਤੀਲਾ ਸੀ ਸਾਡਾ ਬਜ਼ੁਰਗ। ਉਹ ਤਾਂ ਦਿੱਲੀ ਤੋਂ ਅਨੰਦਪੁਰ ਸਾਹਿਬ ਰੋਜ਼ ਜਾਂਦਾ ਰਿਹਾ, ਲਗਾਤਾਰ ਰੋਜ਼। ਦੇਖੋ ਕਿੰਨਾ ਫੈਸਲਾ ਪੀ, ਆ ਸਰਚ ਮਾਰ ਕੇ ਦੇਖੋ ਮੋਬਾਈਲ ਤੇ ਕੱਢ ਕੇ ਕਿਤੇ, ਵੀ ਰੋਜ਼ ਦਿੱਲੀ ਤੋਂ ਜਿਹੜਾ ਅੰਮ੍ਰਿਤਸਰ ਅਨੰਦਪੁਰ ਸਾਹਿਬ ਦੀ ਧਰਤੀ ਜਾਣਾ, ਕਿੱਡਾ ਕੁ ਵੱਡਾ ਕੋਈ ਜਹਾਜ਼ ਨਹੀਂ ਸੀ, ਹਵਾਈ ਜਹਾਜ਼ ਉਹਨਾਂ ਕੋਲੇ, ਵੀ ਉਹਦੇ ਤੇ ਬੈਠੇ ਤੇ ਮਿੰਟਾਂ ਦੀ ਪਹੁੰਚ ਕੇ ਅਨੰਦਪੁਰ ਸਾਹਿਬ।
ਤੇ ਮਿੰਟਾਂ 'ਚ ਦੀ ਵਾਪਸ ਮੁੜਿਆ। ਘੋੜਾ ਸੀ, ਇੱਕ ਜਾਨਵਰ ਸੀ, ਉਹ ਵੀ ਧਰਤੀ ਉੱਤੇ ਭੱਜ ਕੇ ਹੀ ਜਾਂਦਾ ਹੋਣਾ, ਤੇ ਬਾਬੇ ਜੀਵਨ ਸਿੰਘ ਦੇ ਜੈਤੇ ਦੇ ਨਾਲੋਂ ਫੁਰਤੀਬੱਧ ਘੋੜੇ ਵਿੱਚ ਸੀ, ਜਿਹਦੇ ਉੱਤੇ ਬੈਠ ਕੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਸੀ। ਆਓ ਇਹ ਧਾਰਨਾ ਰਹਿ ਗਈ ਸੀ, ਦੁਹਰਾ ਕੇ ਸਮਾਪਤੀ ਵੱਲ ਜਾਈਏ। ਤੇ ਧੰਨ ਬਾਬਾ ਜੀਵਨ ਸਿੰਘ ਜੈਤੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਵੀ ਕਿੰਨਾ ਪਿਆਰ ਕਰਦੇ ਨੇ। ਦੇਖੋ ਬੈਠੇ ਦੁੱਖ ਦੀ ਘੜੀ ਦੇ ਵਿੱਚ ਸੀ ਤੇ ਹੱਥ ਬੰਨ੍ਹ ਕੇ ਜੀਵਨ ਸਿੰਘ ਜੈਤੇ ਨੂੰ ਪੱਤਰਕਾ ਫੜਾ ਦਿੰਦੇ, ਚਿੱਠੀਆਂ ਪਾਪ ਭੋਗ ਦੇ ਸ਼ਲੋਕ ਜਿਹੜੇ ਆਪਾਂ ਪੜ੍ਹਦੇ ਆ ਉਹ ਫੜਾ ਦਿੰਦੇ, ਤੇ ਨਾਲ ਨਾਲ ਬਾਬੇ ਜੀਵਨ ਸਿੰਘ ਜੈਤੇ ਨੂੰ ਕਹਿੰਦੇ ਸੀ ਆ ਵੀ ਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੱਸਣਾ ਅੱਜ ਇੱਕ ਸਿੱਖ ਸ਼ਹੀਦ ਹੋ ਗਿਆ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਤੇ ਇਹ ਜਾ ਕੇ ਸੰਦੇਸ਼ਾ ਮੂੰਹ ਜ਼ਬਾਨੀ ਸੁਣਾ ਦੇਣਾ। ਤੇ ਦੂਸਰੀ ਜਿਹੜੀ ਗੱਲ ਹੁੰਦੀ ਤੇ ਉਹ ਫਿਰ ਚਿੱਠੀਆਂ ਦੇ ਵਿੱਚ ਲਿਖੀ ਹੁੰਦੀ, ਜਿਹੜੇ ਭੋਗ ਦੇ ਸ਼ਲੋਕ ਗੁਣ ਗੋਬਿੰਦ ਗਾਇਓ, ਸੰਗ ਸਖਾ ਸਭ ਤਜ ਗਏ, ਕਹੋ ਨਨ ਬਹਿਓ ਸਾਥ, ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਕਹਿੰਦਾ ਕੀ ਸੀ ਬਾਬਾ ਜੀਵਨ ਸਿੰਘ ਜੈਤੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਭਾਈ ਜੈਤਿਆ ਸ਼ਲੋਕ ਗੁਰਬਾਣੀ ਦੇ, ਇਹ ਲਾਏ ਸਾਡੇ ਮਹਾਂਪੁਰਖਾਂ ਦੀ ਹੈ। ਕਈ ਅੱਡੋਡੀ ਚਲੋ ਸਾਡੇ ਉਸਤਾਦ ਜੀ ਹੁੰਦੇ ਰਾਗੀ ਰਜਿੰਦਰ ਸਿੰਘ, ਉਹ ਇਹਨੂੰ ਗੱਡੀ ਛੰਦ ਵੀ ਬੋਲਦੇ ਹੁੰਦੇ, ਤੇ ਇਹ ਲਾਏ ਸੰਤ ਮਹਾਰਾਜ ਬਾਬਾ ਨਰੈਣ ਸਿੰਘ ਮੋਨੀ ਜੀ ਬੜੇ ਪਿਆਰ ਵਿੱਚ ਆ ਕੇ ਪੜ੍ਹਦੇ, ਭਾਈ ਜੈਤਿਆ ਸ਼ਲੋਕ ਗੁਰਬਾਣੀ ਦੇ ਜੀ, ਭਾਈ ਜੈਤਿਆ ਸ਼ਲੋਕ ਗੁਰਬਾਣੀ ਦੇ, ਲੈ ਜਾ ਤੂੰ ਅਨੰਦਪੁਰ ਨੂੰ ਪਿਆਰਿਆ, ਪਿਆਰਿਆ ਲੈ ਜਾ ਤੂੰ ਅਨੰਦਪੁਰ ਨੂੰ, ਭਾਈ ਜੈਤਿਆ, ਭਾਈ ਜੈਤਿਆ ਸ਼ਲੋਕ ਗੁਰਬਾਣੀ ਦੇ, ਭਾਈ ਜੈਤਿਆ, ਜੈਤਿਆ ਸ਼ਲੋਕ ਗੁਰਬਾਣੀ ਦੇ, ਲੈ ਜਾ ਤੂੰ ਅਨੰਦਪੁਰ ਨੂੰ ਪਿਆਰਿਆ, ਪਿਆਰਿਆ ਲੈ ਜਾ ਤੂੰ ਅਨੰਦਪੁਰ ਨੂੰ, ਭਾਈ ਜੈਤਿਆ, ਭਾਈ ਜੈਤਿਆ, ਜੈਤਿਆ ਸ਼ਲੋਕ ਗੁਰਬਾਣੀ ਦੇ, ਲੈ ਜਾ ਤੂੰ ਅਨੰਦਪੁਰ ਨੂੰ ਪਿਆਰਿਆ, ਪਿਆਰਿਆ ਲੈ ਜਾ ਤੂੰ ਅਨੰਦਪੁਰ ਨੂੰ, ਭਾਈ ਜੈਤਿਆ। ਆਓ ਸਰੈਬਰ ਦਾ ਜਾਗਮਨ ਪੁਰਬ ਹੈ, ਬਾਬਾ ਜੀਵਨ ਸਿੰਘ ਜੈਤੇ ਦੇ ਆਗਮਨ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਭਾਈ ਛੋਟੀ ਜੀ ਆਵਾਜ਼ ਤੇ ਸੰਗਤਾਂ ਬੜਾ ਮਾਣ ਦਿੰਦੀਆਂ ਹਨ। ਸਤਿਗੁਰੂ ਦੀ ਅਪਾਰ ਕਿਰਪਾ ਹੈ, ਸੰਗਤ ਦੀ ਕਿਰਪਾ ਹੈ। ਧੰਨ ਬਾਬਾ ਜੀਵਨ ਸਿੰਘ ਜੈਤਾ ਜੀ ਦਾ ਜਾਗਮਨ ਪੁਰਬ ਹੈ। ਮਹਾਰਾਜ ਕਿਰਪਾ ਕਰੇ, ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨ ਤੇ ਚੱਲਣ ਦਾ ਬਲ ਤੇ ਉਦਮ ਬਖਸ਼ਿਸ਼ ਕਰੇ। ਮਹਾਰਾਜ ਕਿਰਪਾ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ। ਜਿਨ੍ਹਾਂ ਨੇ ਇਸ ਮਹਾਨ ਧਰਤੀ ਉੱਤੇ ਆ ਕੇ ਗੁਰੂ ਜੀ ਨੇ ਬੜਾ ਮਾਣ ਦਿੱਤਾ, ਸੰਗਤ ਨੇ ਬੜਾ ਮਾਣ ਦਿੱਤਾ, ਜਿਨ੍ਹਾਂ ਦੀਆਂ ਬੜੀਆਂ ਕੋਈ ਪਿਛਲੀਆਂ ਕਮਾਈਆਂ ਸਨ, ਬਾਬੇ ਜੀਵਨ ਸਿੰਘ ਜੈਤੇ ਦੀਆਂ ਕੋਈ ਪਿਛਲੀਆਂ ਕਮਾਈਆਂ ਸਨ, ਜਿਨ੍ਹਾਂ ਦੀ ਬਾਬਤ ਗੁਰੂ ਜੀ ਦੇ ਨਾਲ ਉਹਨਾਂ ਦਾ ਸਨੇਹ ਹੋਇਆ, ਗੁਰੂ ਦੇ ਨਾਲ ਉਹਨਾਂ ਦਾ ਪ੍ਰੇਮ ਭਾਵਨਾ ਬੱਝੀ ਜਿਹੜੀ ਹੈ, ਇਸ ਕਰਕੇ ਆਓ ਸਤਿਗੁਰੂ ਜੀ ਕਿਰਪਾ ਕਰਨ। ਬਹੁਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਹਾਜ਼ਰੀਆਂ ਭਰੀਆਂ ਹਨ। ਬਸ ਸਭ ਤੋਂ ਵੱਡੀ ਹਾਜ਼ਰੀ ਇਹ ਵੀ ਗੁਰੂ ਘਰ ਪਹੁੰਚ ਕੇ ਅਸੀਂ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਦਿਆ ਕਰੀਏ, ਇੰਨਾ ਹੀ ਬਹੁਤ ਹੈ। ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਜਾਏ, ਕਦੇ ਆਵੇ ਕਦੇ ਜਾਏ। ਇਹ ਧਨ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਹੈ, ਪਰ ਜਿਹੜੀ ਖੁਸ਼ੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮਿਲ ਜਾਵੇ ਸਭ ਤੋਂ ਵੱਡੀ ਖੁਸ਼ੀ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਨ। ਉਹਨਾਂ ਮਹਾਨ ਦੇਖੋ, ਇਕੱਲਾ ਇੱਥੇ ਨਹੀਂ, ਆਪਾਂ ਤਾਂ 4 ਜਣੇ ਇਕੱਠੇ ਹੋ ਗਏ, ਚਾਹ ਦਾ ਲੰਗਰ ਲਾਤਾ, ਛਕ ਲਿਆ, ਭਾਂਡੇ ਮਾਂਜੇ ਧੋਤੇ ਤੇ ਘਰਾਂ ਨੂੰ ਚਲੇ ਗਏ। ਕੱਲ ਪਰਸੋਂ ਦੇ 2-2 3-3 ਨਗਰ ਕੀਰਤਨ ਜਿਹੜੀ ਅੱਜ ਚਮਕੌਰ ਸਾਹਿਬ ਦੀ ਧਰਤੀ ਤੇ ਆ ਨੇੜੇ ਨਗਰ ਆਪਣੇ ਹੰਡਿਆਇਆ, ਇੱਥੋਂ ਨਗਰ ਕੀਰਤਨ ਤੁਰਿਆ ਹੋਇਆ ਪਰਸੋਂ ਦਾ, ਤੇ ਅੱਜ ਜਾ ਕੇ ਉਹਨਾਂ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਮੱਥਾ ਟੇਕਣਾ। ਇੱਕ ਪੜਾ ਰਸਤੇ ਦੇ ਵਿੱਚ ਕਿੱਡੀ ਦੂਰ ਪੈ ਗਿਆ ਚਮਕੌਰ ਸਾਹਿਬ, ਤੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਤੁਰਿਆ ਹੋਇਆ। ਉਹਨਾਂ ਨੇ ਵੀ ਚਮਕੌਰ ਸਾਹਿਬ ਦੀ ਧਰਤੀ ਤੇ ਜਾ ਕੇ ਜਿਹੜਾ ਨਤਮਸਤਕ ਹੋਣਾ ਹੈ। ਇਹ ਤਾਂ ਬਹੁਤ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਬਾਬਾ ਜੀਵਨ ਸਿੰਘ ਜੀ ਯਾਦ ਵਿੱਚ, ਤੇ ਆਪਾਂ ਤਾਂ ਇੱਥੇ ਬਹੁਤ ਛੋਟਾ ਜਿਹਾ ਸਮਾਗਮ ਰੱਖਦੇ ਹਾਂ। ਕਿਤੇ ਸਮਾਗਮ ਹੋਵੇ, ਸ਼੍ਰੀ ਅਖੰਡ ਪਾਠ ਸਾਹਿਬ ਹੋਣ, ਫਿਰ ਉਹਨਾਂ ਮਹਾਨ
ਸ਼ਹੀਦਾਂ ਦੇ ਪਾਏ ਹੋਏ ਪੂਰਨੇ ਤੇ ਚੱਲ ਸਕਦੇ ਹਾਂ। ਭਾਈ ਗੁਲੋਕ ਸੁਖੇ ਪ੍ਰਲੋਕ ਸੇਲੇ ਨਾਨਕ ਕਰ ਪ੍ਰਭ ਆਪੇ ਮੇਲੇ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਜਿਹੜਾ ਮਨੁੱਖ ਆਪਣੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਸਮਝਦਾ, ਸਭ ਤੋਂ ਵੱਡੀ ਭਗਤੀ ਹੈ ਇੱਕ ਗੁਰੂ ਦੀ। ਮਾਲਾ ਫੇਰਨੀ, ਬੈਠ ਕੇ ਗੁਟਕਾ ਲੈ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਜਾਂ ਸੁਖਮਨੀ ਸਾਹਿਬ ਦਾ ਪਾਠ, ਜਪਜੀ ਸਾਹਿਬ ਦਾ ਪਾਠ ਕਰਨਾ। ਮਹਾਰਾਜ ਕਹਿੰਦੇ ਤੇ ਇਹਦੇ ਨਾਲ ਵੱਡੀ ਇੱਕ ਹੋਰ ਸੇਵਾ ਹੈ, ਹੋਰ ਨਿਤਨੇਮ ਆ। ਉਹ ਕੀ? ਜਿਹੜਾ ਮਨੁੱਖ ਆਪਣੀ ਡਿਊਟੀ ਨੂੰ ਡਿਊਟੀ ਸਮਝਦਾ ਹੈ। ਧੰਨਵਾਦ ਹੈ ਪ੍ਰਬੰਧਕਾਂ ਦਾ। ਭਾਵੇਂ ਅੱਜ ਸਾਡੇ ਭਾਈ ਇੰਦਰ ਸਿੰਘ ਜੀ ਪ੍ਰਧਾਨ ਸਾਹਿਬ ਨੇ ਜਾਣਾ ਸੀ ਬਾਹਰ ਕਿਤੇ, ਸ਼ਾਇਦ ਹੁਣ ਬਾਅਦ ਵਿੱਚ ਜਾਣ, ਕਿਉਂਕਿ ਡਿਊਟੀ ਲੱਗੀ। ਆਪਣੇ ਕਿਸਾਨ ਵੀਰ ਬਾਰਡਰਾਂ ਤੇ ਬੈਠੇ ਹਨ, ਉੱਥੇ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ, ਉੱਥੋਂ ਦੀ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ। ਪਰ ਫਿਰ ਵੀ ਆਪਣੀ ਡਿਊਟੀ ਨੂੰ ਤਨਦੇਹੀ, ਮੈਨੂੰ ਕਹਿਣ ਲੱਗੇ ਕੱਲ ਨੂੰ ਤੁਸੀਂ ਕਰ ਲਿਓ, ਮੈਂ ਅੱਗੇ ਜਾਣਾ। ਪਰ ਫਿਰ ਵੀ ਦੇਖੋ ਆ ਕੇ ਬਈ ਨਹੀਂ, ਸਾਡੇ ਗੁਰੂ ਘਰ ਦੇ ਵਿੱਚ ਸਮਾਗਮ ਹੈ। ਇਹ ਵੀ ਇੱਕ ਮਾਣ ਵਾਲੀ ਗੱਲ ਹੁੰਦੀ ਹੈ। ਇਹਨੂੰ ਕਹਿੰਦੇ ਜ਼ਿੰਮੇਵਾਰੀ। ਕਰਨਾ ਤਾਂ ਆਪਾਂ ਨਹੀਂ ਸੀ ਸਾਰਾ, ਪਰ ਪ੍ਰਬੰਧਕਾਂ ਦਾ ਵਿੱਚ ਖੜਨਾ ਤੀ ਜ਼ਰੂਰੀ ਹੁੰਦਾ ਹੈ। ਬਹੁਤ ਧੰਨਵਾਦ ਹੈ ਇਹਨਾਂ ਦਾ ਵੀ। ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਜੀ। ਸਭ ਦੋਤਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋਣਾ ਦੇ। ਹਰਿ ਨਾਲ ਰਹੋ ਤੁਮ ਮਨ ਮੇਰੇ ਦੁਖ ਸ਼ਬਦ ਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਭਾਰਨਾ। ਸਭਨਾ ਗਲਾਂ ਸਮਰਥ ਸੁਆਮੀ ਤੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋਹਣਾ ਦੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਲੋ ਸੋ ਪਾਵੇ। ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ। ਓ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨੀ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸੱਚਾ ਨਾਮ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗਾ। ਕਰ ਚੁਕਾ ਸ਼ਬਦ ਵਾਚੇ ਕਲਾ ਜਿਤ ਕਰ ਤਾੜੀਆ। ਪੰਜ ਦੂਤ ਤੋੜ ਵਾਚੋ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਜੋ ਕੋ ਹੋਆ ਤਿਤ ਕਾਰਿਆ ਨਾਦ ਵਾਜੋ। ਅਗ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ। ਬਾਰ ਮੈਂ ਪ੍ਰਪਾਇਆ ਉਤਰੇ ਸਾਇਰੋ ਸੂਰੇ। ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤੋ ਗਾਜਨ ਪਏ ਸਰਸੇ ਫੁਰੋ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਭਗਵਤ ਨਾਮ ਗੁਰ ਚਰਨ ਲਾਗੇ ਬਾਜੇ ਅਨੰਦ ਤੂਰੇ। ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤੋ। ਜਬ ਸੁਰਾਤੋ ਲਾਈ ਮਾਇਆ ਸੁਨੇ ਸਾਗਰ ਜਾਗੇ ਤੋ। ਚੰਗਿਆਈਆਂ ਬੁਰਾਈਆਂ ਵਟ ਧਰਮ ਦੂਰੋ। ਧਰਮੀ ਆਪੋ ਆਪਣੀ ਗੋਨੜ ਕੇ ਦੂਰੋ। ਜਿਨੀ ਨਾਮ ਤੇ ਆਇਆ ਗੋ ਮਸਕਤ ਕਾਲੋ। ਨਾਨਕ ਦੇਵ ਗੁਜਰੋ ਜਤੀ ਛੁੱਟੀ ਨਾਲੋ। ਜਿਨੀ ਨਾਮ ਤੇ ਆਇਆ ਗੋ ਮਸਕਤ ਕਾਲੋ। ਨਾਨਕ ਦੇਵ ਗੁਜਰੋ ਜਤੀ ਛੁੱਟੀ ਨਾਲੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।